ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨਾ। ਕਰਮ ਨਾਮ ਵਰਣਤ ਸੁਮਤ। ਤਵ ਸਰਬ ਨਾਮ ਕਥੈ ਕਵਨਾ। ਕਰਮ ਨਾਮ ਵਰਣਤ ਸੁਮਤ। ਧਨ ਜਿਉ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ। ਬੁੱਧ ਸੁਦੀਪਕ ਜਿਉ ਉਜਿਆਰੈ। ਗਿਆਨੈ ਕੀ ਬੜਨੀ ਮਨਹੁ ਹਾਥ ਲੈ। ਕਾਤਰਤਾ ਕੁਤਵਾਰ ਬੁਹਾਰੈ। ਗਗਨ ਦਮਾਮਾ ਬਾਜਿਓ। ਪਰਿਉ ਨਿਸ਼ਾਨੈ ਘਾਉ। ਖੇਤ ਜਮਾਂਡਿਓ ਸੂਰਮਾ। ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ। ਕਬਹੁ ਨਾ ਛਾਡੈ ਖੇਤ। ਦੇਹ ਸ਼ਿਵਾ ਬਰ ਮੋਹਿ ਇਹ। ਸ਼ੁਭ ਕਰਮਨ ਤੇ ਕਬਹੁ ਨਾ ਟਰੋ। ਨਾ ਡਰੋ ਅਰ ਸਿਉ ਜਬ ਜਾਏ ਲਰੋ। ਨਿਸ਼ਚੈ ਕਰ ਆਪਣੀ ਜੀਤ ਕਰੋ। ਅਰ ਸਿੱਖ ਹੋ ਆਪਣੇ ਹੀ ਮਨ ਕੋ। ਯਹ ਲਾਲਚ ਹੋ ਗੁਣ ਤੋ ਉਚਰੋ। ਜਬ ਆਪ ਕੀ ਔਧ ਨਿਦਾਨ ਬਨੈ। ਅਤ ਹੀ ਰਣ ਮਹਿ ਤਬ ਜੂਝ ਮਰੋ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇ ਮਿਲੰਤ ਜਮ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ। ਸਕਹੁ ਟਲ ਗੁਰ ਸੇਵੀਐ। ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਇ ਸਿਫਤ ਖਸੰਬਦੀ। ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸਚਾ ਪਾਤਸ਼ਾਹ ਸਿਰ ਸਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ।
ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੂਜਰੀ ਵਾਰ ਮਹੱਲਾ ਪੰਜਵਾ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰਖੇ ਰਖਣਹਾਰ ਆਪ ਉਬਾਰਿਆਨਾ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨਾ। ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨਾ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨਾ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨਾ। ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਪੌੜੀ ਆਕੁਲ ਨਿਰੰਜਨ ਪੁਰਖ ਆਗਮ ਅਪਾਰੀਐ। ਸਚੋ ਸੱਚਾ ਸੱਚ ਸੱਚ ਨਿਹਾਰੀਐ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ। ਸਭ ਸੈ ਦੇ ਦਾਤਾਰ ਜੇਤ ਉਪਾਰੀਐ। ਇਕਤ ਸੂਤ ਪਰੋਏ ਜੋਤ ਸੰਜਾਰੀਐ। ਹੁਕਮੈ ਭਵ ਜਲ ਮਾਂਜ ਹੁਕਮੈ
ਤਾਰੀਐ। ਪ੍ਰਭ ਜੀਉ ਤੁਧ ਧਿਆਏ ਸੋਏ, ਜਿਸ ਭਾਗ ਮਥਾਰੀਐ। ਤੇਰੀ ਗਤ ਮਿਤ ਲਖੀ ਨਾ ਜਾਏ, ਹਾਂ ਤੁਧ ਬਲਹਾਰੀਐ। ਪ੍ਰਭ ਜੀਉ ਤੁਧ ਧਿਆਏ ਸੋਏ, ਜਿਸ ਭਾਗ ਮਥਾਰੀਐ। ਤੇਰੀ ਗਤ ਮਿਤ ਲਖੀ ਨਾ ਜਾਏ, ਹਾਂ ਤੁਧ ਬਲਹਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨਾ ਛਾਡੈ ਖੇਤ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਸਤਿਗੁਰ ਪਾਤਸ਼ਾਹ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਅੱਜ ਵੱਡਾ ਘੱਲੂਘਾਰਾ ਹੈ। ਜਿਸ ਦਿਹਾੜੇ ਲਗਭਗ 30 ਤੋਂ 35 ਹਜ਼ਾਰ ਤੱਕ ਗੁਰੂ ਕੇ ਪਿਆਰੇ ਸਿੰਘ ਸੂਰਮਿਆਂ ਨੇ, ਯੋਧਿਆਂ ਨੇ ਸ਼ਹੀਦੀ ਦਾ ਜਾਮ ਪੀਤਾ। ਸਭ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਈਏ, ਕੋਟ ਕੋਟ ਪ੍ਰਣਾਮ ਕਰੀਏ, ਦਿਲੋਂ ਉਹਨਾਂ ਨੂੰ ਯਾਦ ਕਰੀਏ। ਆਓ ਸਾਰੇ ਮਿਲ ਕੇ ਇੱਕ ਮਿੰਟ ਉਹਨਾਂ ਦੇ ਲਈ, ਆਪਣੇ ਜੀਵਨ ਲਈ, ਆਪਣੇ ਰਸ ਲਈ ਸਾਰੇ ਸਿਮਰਨ ਕਰੀਏ। ਵਾਹਿਗੁਰੂ 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 ਸ਼ਹੀਦ ਸਿੰਘ। ਜਦੋਂ ਇੱਕ ਸ਼ਬਦ ਹੈ ਘੱਲੂਘਾਰਾ, ਇਹ ਅੱਖਾਂ ਸਾਹਮਣੇ ਆਉਂਦਾ ਹੈ ਨਾ, ਤੇ ਉਹ ਯਾਦ ਖੂਨੀ ਦਿਹਾੜੇ ਸ਼ਹੀਦ ਸਿੰਘ, ਪੰਥ ਦਾ ਨੁਕਸਾਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦੋ ਸਰੂਪ ਅਲੋਪ ਹੋ ਜਾਣੇ, ਬੱਚੇ, ਬਜ਼ੁਰਗ, ਬੀਬੀਆਂ, ਉਹਨਾਂ ਨੂੰ ਕਿਵੇਂ ਤਸੀਹੇ ਸਹਿਣ ਕਰਨੇ ਪਏ। ਇਹ ਉਹ ਘੱਲੂਘਾਰਾ ਹੈ। ਪੰਥ ਉੱਤੇ ਮੁਸੀਬਤਾਂ ਬਹੁਤ ਆਈਆਂ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਛੇਵੇਂ ਪਾਤਸ਼ਾਹ ਦੇ 4 ਯੁੱਧ ਹੋਏ, ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ, ਕਲਗੀਧਰ ਪਾਤਸ਼ਾਹ ਨੇ 14 ਯੁੱਧ ਕੀਤੇ, ਪਰਿਵਾਰ ਖੇਰੂ ਖੇਰੂ ਹੋ ਗਿਆ, 4 ਸਾਹਿਬਜ਼ਾਦੇ ਸ਼ਹੀਦ ਹੋਏ, ਅਨੇਕ ਸਿੰਘ ਸ਼ਹੀਦ ਹੋ ਗਏ। ਜਦੋਂ ਕਲਗੀਧਰ ਪਾਤਸ਼ਾਹ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾ ਗਏ। ਫਿਰ ਬੰਦਾ ਸਿੰਘ ਬਹਾਦਰ ਖਾਲਸੇ ਪੰਥ ਨੇ ਯੁੱਧ ਕੀਤੇ। 1716 ਤੱਕ ਇਹ ਖਾਲਸਾ ਯੁੱਧ ਹੁੰਦੇ ਰਹੇ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ। ਉਪਰੰਤ ਖਾਲਸੇ ਨੂੰ ਫਿਰ ਜੰਗਲਾਂ ਵਿੱਚ ਜਾਣਾ ਪੈ ਗਿਆ। ਬਹੁਤ ਨੁਕਸਾਨ ਹੋਇਆ। ਜ਼ਕਰੀਆ ਖਾਂ, ਮੀਰ ਮੰਨੂ, ਇਹਨਾਂ ਨੇ ਹੱਦ ਹੀ ਕਰ ਦਿੱਤੀ। ਉਰਦ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹ ਜਿਹੜੇ ਦੁਰਾਨੀ ਕਹਿ ਲਓ ਅਫਗਾਨਿਸਤਾਨ ਵੱਲੋਂ ਉਧਰੋਂ ਆਉਂਦੇ ਸਨ ਤੇ ਹਿੰਦੁਸਤਾਨ ਦੀ ਬਹੁ ਬੇਟੀਆਂ ਨੂੰ, ਹਿੰਦੁਸਤਾਨ ਦੀ ਜਨਤਾ ਨੂੰ ਤਬਾਹ ਕਰਕੇ ਇੱਥੇ ਦਾ ਮਾਲ ਮਤਾ ਲੁੱਟ ਕੇ ਉਧਰ ਲੈ ਜਾਂਦੇ ਸਨ। ਖਾਲਸਾ ਜੀ ਰੋਕਣ ਵਾਲਾ ਕੋਈ ਵੀ ਨਹੀਂ ਸੀ ਇਹਨਾਂ ਨੂੰ। ਜੇ ਥੋੜੇ ਰੋਕਣ ਵਾਲੇ ਸਨ ਉਹ ਸਨ ਮਰਹਟੇ ਯੋਧੇ ਸਨ। ਪਰ ਅਖੀਰ ਤੇ ਅਬਦਾਲੀ ਨੇ ਇਹਨਾਂ ਨੂੰ ਵੀ ਹਰਾ ਦਿੱਤਾ। ਜਦੋਂ ਅੱਧੀ ਰਾਤ ਨੂੰ ਸਿੰਘ 12 ਵਜੇ ਹਿੰਦੁਸਤਾਨ ਦੀ ਆਬਰੂ ਨੂੰ, ਹਿੰਦੁਸਤਾਨ ਦੀ ਬਹੁ ਬੇਟੀਆਂ ਨੂੰ ਛੁਡਾ ਕੇ ਘਰੋਂ ਘਰੀ ਪਹੁੰਚਾਉਂਦੇ ਸਨ ਤੇ ਜਿਸ ਘਰ ਜਾਂਦੇ ਸੀ ਨਾ ਕੋਈ, ਉਹ ਕਹਿੰਦੇ ਸੀ ਸਿੰਘਾਂ ਨਾਲ ਜਿਹੜੇ ਰਹਿ ਗਏ ਨਾ ਉਹ ਧਨ ਹਨ, ਉਹਨਾਂ ਦਾ ਜੀਵਨ ਧਨ ਹੈ। ਭਾਵੇਂ ਦੁਨੀਆ ਅੱਜ ਕੱਲ ਕਹਿੰਦੀ ਹੈ ਸਿੰਘਾਂ ਦੇ 12 ਵੱਜ ਗਏ ਭਾਈ, ਉਹ 12 ਤੁਹਾਨੂੰ ਬਚਾਉਣ ਲਈ ਵੱਜੇ ਸਨ। ਹਿੰਦੁਸਤਾਨ ਦੀ ਬਹੁ ਬੇਟੀਆਂ ਨੂੰ ਬਚਾਉਣ ਲਈ। ਰਾਤ ਨੂੰ ਕਿਹੜਾ ਸਿੰਘ ਸੌਂਦੇ ਸਨ। ਦਿਨੇ ਜੰਗਲਾਂ ਵਿੱਚ ਆਰਾਮ ਕਰਨਾ, ਥੋੜਾ ਸਮਾਂ ਮਿਲ ਜਾਵੇ ਤਾਂ ਰਾਤ ਨੂੰ ਸਿੰਘ ਚੱਕਰਵਰਤੀ ਰਹਿ ਕੇ ਪੈਂਡਾ ਦਹਿ ਕਰਦੇ ਸਨ। ਖਾਲਸਾ ਜੀ ਉਹ ਸਮਾਂ ਸੀ ਭਿਆਨਕ। ਜ਼ਿਕਰ ਕੀਤਾ ਹੈ ਵਿਦਵਾਨਾਂ ਨੇ ਕਿ ਸਿੰਘਾਂ ਦਾ ਘਰ ਕਿੱਥੇ ਸੀ, ਸਿੰਘਾਂ ਦਾ ਲਿਬਾਸ ਕਿੱਥੇ ਸੀ, ਕੀ ਲਿਬਾਸ ਸੀ ਉਹਨਾਂ ਦਾ। ਇੱਕ ਜੰਗ ਜਾਂ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ। ਇੱਕ ਜੰਗ ਜਾਂ ਇੱਕ ਸ਼ਹਿਰਾ, ਇੱਕ ਸਿਰ ਪਟਕਾ, ਇੱਕ ਸਿਰ ਤੇ ਦਸਤਾਰ। ਭੂਰੇ ਗਾਤੀ, ਭੂਰਾ ਕਹਿੰਦੇ ਕੰਬਲ। ਜੇ ਠੰਡ ਬਹੁਤੀ ਹੋਵੇ ਕੰਬਲ ਦੀ ਗਾਤੀ ਮਾਰ ਲੈਣੀ, ਬੁੱਕਲ ਮਾਰ ਲੈਣੀ ਬਸ। ਇਹ ਸਿੰਘਾਂ ਦਾ ਜਟਕਾ ਪਾਉਣਾ ਸੀ ਬਸ। ਰਹਿਣਾ ਕਿੱਥੇ? ਘੋੜਿਆਂ ਦੀ ਕਾਠੀ ਉੱਤੇ। ਨੰਗਾ ਪਿੰਡਾ ਨੰਗੀ ਤਲਵਾਰ। ਲਗਭਗ ਸਿੰਘਾਂ ਨੇ ਖਾਲਸਾ ਜੀਓ 60-70 ਸਾਲ ਇਹਨੂੰ ਨੰਗੀ ਰੱਖਿਆ। ਤਲਵਾਰ ਨੂੰ ਨੰਗੀ ਕਿਉਂ ਰੱਖਿਆ? ਵੀ ਕਦੋਂ ਦੁਸ਼ਮਣ ਆ ਜਾਵੇ। ਤਲਵਾਰ ਵੈਸੇ ਨੰਗੀ ਨਹੀਂ ਕਰੀ ਦੀ ਖਾਲਸਾ ਜੀਓ, ਬਿਆਨ ਵਿੱਚੋਂ ਬਾਹਰ ਨਹੀਂ ਕੱਢੀ ਦੀ। ਸਿਆਣੇ ਆਖਦੇ ਮਹਾਂਪੁਰਖ ਵਿਦਵਾਨ ਜਨ ਕਿ ਤਲਵਾਰ ਜੇ ਮਿਆਨ ਵਿੱਚੋਂ ਬਾਹਰ ਆ ਰਹੀ ਤੇ ਖੂਨ ਦੀ ਮੰਗ ਕਰਦੀ ਹੈ। ਸਿੰਘ ਹੁਣ ਕਰਨ ਕੀ? ਕਦੋਂ ਖਾਲਸਾ ਦੁਸ਼ਮਣ ਆ ਜਾਵੇ ਤੇ ਉਹ ਤਲਵਾਰ ਛਾਤੀ ਤੇ ਹੁੰਦੀ ਸਿੰਘਾਂ ਦੀ। ਭਾਵ ਮੌਤ ਨੂੰ ਕਬੂਲਦੇ ਸਨ ਸਿੰਘ, ਉਹ ਸਨ ਸਿੰਘ। ਤੇ ਇਧਰ ਲਗਭਗ 1746 ਦੇ ਈਸਵੀ ਦੇ ਵਿੱਚ ਸਿੰਘਾਂ ਦੇ ਕਹਿ ਲੋ ਛੋਟੇ ਛੋਟੇ 65 ਜਥੇ ਸਨ। ਉਹਨਾਂ ਤੋਂ ਫਿਰ ਦਲ ਖਾਲਸਾ ਬਣਿਆ। ਉਹਨਾਂ ਨੂੰ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ ਬਣੀਆਂ। ਸੂਕਰ ਚੱਕੀਆਂ ਦੀ ਮਿਸਲ, ਆਲੂ ਵਾਲੀਆਂ ਦੀ ਮਿਸਲ, ਸ਼ਹੀਦਾਂ ਦੀ ਮਿਸਲ, ਨਕਈਆਂ ਦੀ ਮਿਸਲ, ਕਨਈਆਂ ਦੀ ਮਿਸਲ। ਇਸ ਤਰ੍ਹਾਂ ਇਹ 11 ਮਿਸਲਾਂ ਇਹ ਬਣੀਆਂ। ਤੇ 12ਵੀਂ ਮਿਸਲ ਸੀ ਖਾਲਸਾ ਜੀ, ਇਹ ਜਿਹੜੇ ਪਟਿਆਲਾ ਨਾਭਾ ਇਹ ਰਿਆਸਤਾਂ ਦੀ ਮਿਸਲ।
ਭਾਵੇਂ ਬਾਅਦ ਵਿੱਚ ਸ਼ੇਰੇ ਪੰਜਾਬ ਨੇ ਜਦੋਂ ਆਪਣਾ ਰਾਜ ਕੀਤਾ ਨਾ, ਇਹ ਸਾਰੀ ਮਿਸਲਾਂ ਇਕੱਠੀਆਂ ਕਰਤੀਆਂ ਸਨ, ਪਰ ਪਹਿਲਾਂ 11 ਮਿਸਲਾਂ ਸੀ। ਹੁਣ ਮਿਸਲਾਂ ਕਿਉਂ ਸਨ, ਇਹਦਾ ਵੀ ਕਾਰਨ ਸੀ। ਜੇ ਕਹਿ ਲਓ ਇੱਕ ਪਿੰਡ ਵਿੱਚ 5000 10,000 ਸਿੰਘ ਜਾ ਰਹੇ ਹਨ, ਤੇ ਪਿੰਡ ਦਾ ਗੁਜ਼ਾਰਾ ਕਿਵੇਂ ਹੋਵੇਗਾ ਫਿਰ ਖਾਲਸਾ? ਉਦੋਂ ਪੱਠੇ ਕਿੱਥੋਂ ਆਣਗੇ, ਇੰਨਾ ਸਮਾਨ? ਤਬਾਹੀ ਮਚ ਜਾਵੇ ਕਿਸੇ ਪਿੰਡ ਵਿੱਚ। ਤਾਂ ਸਿੰਘ ਦੂਰ ਦੂਰ ਰਹਿ ਕੇ ਨਾ ਵੱਖ-ਵੱਖ ਜਥਿਆਂ ਬਣਾ ਕੇ ਪ੍ਰਚਾਰ ਵੀ ਕਰਦੇ ਸਨ, ਤੇ ਹਰ ਪਿੰਡ ਜਾ ਕੇ ਖਾਲਸਾ ਜੀ ਉਹਦੇ ਵੱਲੋਂ 50 ਸਿੰਘ 100 ਸਿੰਘ 200 ਸਿੰਘ ਉਹਨਾਂ ਦਾ ਪ੍ਰਬੰਧ ਹੋ ਜਾਂਦਾ ਸੀ। ਤਾਂ ਇਹ ਖਾਲਸਾ ਜੀ ਮਿਸਲਾਂ ਬਣੀਆਂ ਸਨ। ਤੇ ਇਹਨਾਂ ਮਿਸਲਾਂ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਬਣੇ। ਉਧਰ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ, ਇਹ ਵੱਖ-ਵੱਖ ਖਾਲਸਾ ਮਿਸਲਾਂ ਦੇ ਕਹਿ ਲਓ ਮੁਖੀ ਜਥੇਦਾਰ ਬਣੇ ਸਨ। ਨਕਈਆ ਦੀ ਮਿਸਲ, ਕਨਈਆ ਦੀ ਮਿਸਲ, ਨਿਸ਼ਾਨਾ ਵਾਲੀ ਮਿਸਲ, ਇਹ ਸਾਰੀ ਮਿਸਲਾਂ। ਹੁਣ ਭਾਣਾ ਇਹ ਵਾਪਰਿਆ, ਪਹਿਲਾਂ ਹੋਇਆ ਖਾਲਸਾ ਜੀ ਛੋਟਾ ਘੱਲੂਘਾਰਾ। ਉਹ ਕਿੱਥੇ ਹੋਇਆ? ਕਾਹਨੂੰਵਾਨ ਦੇ ਛੰਮ ਵਿੱਚ। ਜਦੋਂ ਜਸਪਤ ਰਾਏ ਨੂੰ ਗੁਰੂ ਕੇ ਸਿੰਘਾਂ ਨੇ ਝਟਕਾਇਆ, ਤੇ ਇਹਦਾ ਭਰਾ ਸੀ ਲਖਪਤ ਰਾਏ, ਉਹਨੇ ਖਾਲਸਾ ਗੁੱਸੇ 'ਚ ਆ ਕੇ ਪ੍ਰਣ ਕੀਤਾ ਕਿ ਮੈਂ ਇਹਨਾਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ। ਤੇ ਕਾਹਨੂੰਵਾਨ ਦੇ ਛੰਮ ਵਿੱਚ ਇਹ 10,000 ਸਿੰਘਾਂ ਦਾ ਖਾਲਸਾ ਜੀ ਉਦੋਂ ਸ਼ਹੀਦੀਆਂ ਹੋਈਆਂ, ਨੁਕਸਾਨ ਹੋਇਆ। ਭਾਵੇਂ ਗਰਮੀ ਅੱਧੀ ਸੀ, ਇੱਕ ਪਾਸੇ ਦਰਿਆ, ਦੂਜੇ ਪਾਸੇ ਪਹਾੜੀਏ, ਤੀਜੇ ਪਾਸੇ ਇਹ ਕਰਨਦਾ ਸਿੰਘ ਜਾਣ ਕਿੱਥੇ। ਉਹ ਛੋਟਾ ਘੱਲੂਘਾਰਾ ਹੋਇਆ 1746 ਈਸਵੀ ਦੇ ਵਿੱਚ। ਹੁਣ ਆ ਗਿਆ ਖਾਲਸਾ ਸਮੇਂ ਅਨੁਸਾਰ ਵੱਡਾ ਘੱਲੂਘਾਰਾ। ਭਾਣਾ ਇਹ ਵਾਪਰਿਆ ਕਿ ਜੱਸਾ ਸਿੰਘ ਆਹਲੂਵਾਲੀਆ, ਸਾਰੇ ਸਿੰਘਾਂ ਨੇ ਗੁਰਮਤਾ ਕੀਤਾ ਵੀ ਕਰੀਏ ਹੁਣ ਇਸ ਤਰ੍ਹਾਂ, ਇੱਕ ਸਿੱਕਾ ਚਲਾਈਏ। ਸਿੱਕਾ ਚਲਾਇਆ ਗਿਆ। ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ। ਦੂਜੇ ਪਾਸੇ ਗੁਰੂ ਕੇ ਸਿੰਘਾਂ ਦੇ ਜਥੇ ਆਏ ਹੋਏ ਸਨ ਸਰਹੰਦ ਦੇ ਆਲੇ ਦੁਆਲੇ। ਖਾਸ ਤੌਰ ਤੇ ਸਾਰਾ ਪਰਿਵਾਰ ਇੱਥੇ ਸੀ। ਲਗਭਗ ਜੇ ਕਹਿ ਲਓ 1 ਲੱਖ ਦੇ ਨੇੜੇ ਬੱਚੇ, ਪਰਿਵਾਰ, ਬਜ਼ੁਰਗ, ਸਿੰਘ ਸੂਰਮੇ ਸਨ। 1 ਲੱਖ ਦੇ ਨੇੜੇ। ਇਹ ਘਟਨਾ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਦੀ। ਸਿੰਘਾਂ ਨੇ ਕੀਤਾ ਗੁਰਮਤਾ ਵੀ ਇੱਧਰ ਦਾ ਜਿਹੜਾ ਜੈਨ ਖਾਂ ਸੂਬੇਦਾਰ ਹੈ ਸਰਹੰਦ ਦਾ, ਇਹਨੂੰ ਕਾਬੂ ਕਰੀਏ। ਤੇ ਸਿੰਘ ਜਾਣ ਲੱਗੇ ਉਸ ਪਾਸੇ। ਉਧਰ ਥੋੜਾ ਹਮਲਾ ਕੀਤਾ, ਅੱਧੀ ਰਾਤ ਨੂੰ ਲੁੱਟਮਾਰ ਕੀਤੀ। ਉਧਰ ਫਿਰ ਗੁਰਮਤਾ ਹੋਇਆ ਵੀ ਹੁਣ ਮਲੇਰਕੋਟਲੇ ਵੱਲ ਚਲੀਏ। ਕਈ ਸਿੰਘ ਕਹਿਣ ਲੱਗੇ ਨਾ ਭਾਈ ਉਧਰ ਨਾ ਜਾਓ, ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਮਲੇਰਕੋਟਲੇ ਨੂੰ ਕੁਝ ਨਹੀਂ ਕਹਿਣਾ। ਅਜੇ ਗੁਰਮਤੇ ਹੋ ਰਹੇ ਸਨ ਸਿੰਘਾਂ ਦੇ, ਤੇ ਇਹਨਾਂ ਕੋਲ ਖਬਰ ਪਹੁੰਚ ਗਈ ਮਲੇਰਕੋਟਲੀਆਂ ਕੋਲ। ਇਹਨਾਂ ਨੇ ਕੀਤਾ ਕਿ ਕਾਜੀ ਮੁਲਾਣਿਆਂ ਨੇ ਰਾਤੋਂ ਰਾਤ ਆਪਣੇ ਸੂਹੀਏ ਭੇਜ ਕੇ ਨਾ ਅਹਿਮਦ ਸ਼ਾਹ ਅਬਦਾਲੀ ਕੋਲ। ਉਦੋਂ ਅਬਦਾਲੀ ਲਾਹੌਰ ਆ ਕੇ ਰੁਕਿਆ ਹੋਇਆ ਸੀ। ਲਾਹੌਰ ਤੋਂ ਨੇ ਖਾਲਸਾ ਜੀਓ ਇਸ ਪਾਸੇ ਆਣਾ ਸੀ, ਤੇ ਇਹਨਾਂ ਨੇ ਸੂਹੀਏ ਭੇਜ ਕੇ ਉਹਨੂੰ ਭੜਕਾਇਆ। ਕੀ ਭੜਕਾਇਆ? ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਬੁਰੇ ਸ਼ਬਦ ਵਰਤੇ ਉਹਨਾਂ ਨੇ। ਵਰਤੇ ਕਿਸ ਨੇ? ਉਹ ਸਿੱਕਾ ਭੇਜਿਆ, ਜਿਹੜਾ ਸਿੱਕਾ ਅਸਲ ਸਿੱਕਾ ਸੀ ਨਾ ਉਹ ਲੁਕੋ ਲਿਆ ਉਹਨਾਂ ਨੇ, ਤੇ ਉਹਦੇ ਉੱਤੇ ਦੂਜੇ ਜਿਹੜੇ ਅਪਸ਼ਬਦ ਲਿਖ ਕੇ ਨਾ ਅਬਦਾਲੀ ਦੇ ਵਿਰੁੱਧ ਇਹਨਾਂ ਨੇ ਭੇਜਿਆ। ਅਹਿਮਦ ਗ੍ਰਿਫਤ ਜੱਸਾ ਕਲਾਲ, ਅਹਿਮਦ ਗ੍ਰਿਫਤ ਜੱਸਾ ਕਲਾਲ। ਵੀ ਅਹਿਮਦ ਸ਼ਾਹ
ਤੈਨੂੰ ਕਾਬੂ ਕਰਕੇ ਜੱਸਾ ਸਿੰਘ ਨੇ ਆਪਣਾ ਸਿੱਕਾ ਚਲਾ ਲਿਆ। ਓਏ ਜੱਸਾ ਸਿੰਘ ਨੇ ਜਦੋਂ ਸੁਣਿਆ ਅਹਿਮਦ ਸ਼ਾਹ ਅਬਦਾਲੀ ਨੇ ਦੇਖਿਆ ਸਿੱਕਾ, ਉਹਨੂੰ ਰੋਹ ਚੜ ਗਿਆ। ਪਹਿਲਾਂ ਹੀ ਗੁੱਸਾ ਬੜਾ ਸੀ ਖਾਲਸੇ ਉੱਤੇ ਕਿ ਸਿੰਘ ਮੇਰਾ ਰਸਤਾ ਰੋਕਦੇ ਨੇ, ਤੇ ਉਹਨੇ ਆ ਕੇ ਇੱਕਦਮ ਹਮਲਾ ਕੀਤਾ ਅੰਮ੍ਰਿਤਸਰ ਸਾਹਿਬ ਉੱਤੇ। ਇੱਥੇ ਆ ਕੇ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰਿਆ ਗਿਆ। ਉਹ ਕਹਿਣ ਲੱਗਾ ਇੱਥੇ ਮੈਂ ਫਸਲ ਉਗਾ ਕੇ ਵੱਢ ਕੇ ਲੈ ਕੇ ਜਾਵਾਂਗਾ। ਫਿਰ ਉਹਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਇਹ ਤੋਪਾਂ ਨਾਲ ਉਡਾਏ ਖਾਲਸਾ ਜੀ। ਦੂਰ ਕੁਰਸੀ ਤੇ ਬੈਠਾ ਸੀ ਅਹਿਮਦ ਸ਼ਾਹ ਅਬਦਾਲੀ, ਇੱਕ ਇੱਟ ਉੱਡ ਕੇ ਇਹਦੇ ਨੱਕ ਤੇ ਵੱਜੀ, ਇਹਨੂੰ ਨਸੂਰ ਹੋ ਗਿਆ। ਤੇ ਉੱਥੇ ਖਾਲਸਾ ਜੀ ਇਹ ਬੜਾ ਦੁਖੀ ਹੋਇਆ। ਫਿਰ ਲਾਹੌਰ ਚਲਾ ਗਿਆ। ਉੱਥੇ ਫਿਰ ਇਹਨਾਂ ਮੁਲਾਣਿਆਂ ਨੇ ਖਾਲਸਾ ਜੀ ਦੁਬਾਰਾ ਚਿੱਠੀ ਭੇਜੀ ਵੀ ਅਹਿਮਦ ਸ਼ਾਹ ਜੀ ਹੁਣ ਸਿੰਘ ਸਾਡੇ ਨੇੜੇ ਆਏ ਹੋਏ ਹਨ, ਮਲੇਰਕੋਟਲੇ ਦੇ ਨੇੜੇ ਹਨ। ਇੱਕ ਪਾਸੇ ਅਸੀਂ ਆ, ਦੂਜੇ ਪਾਸੇ ਜੈਨ ਖਾਂ ਹੈ, ਤੇ ਹੁਣ ਤੁਸੀਂ ਫਟਾਫਟ ਹਮਲਾ ਕਰੋ, ਰਾਤੋਂ ਰਾਤ ਆ ਜਾਓ ਬਸ। ਅਹਿਮਦ ਸ਼ਾਹ ਉਦੋਂ ਖਾਲਸਾ ਜੀ ਲਾਹੌਰ ਸੀ। ਇਹਨੇ ਫਟਾਫਟ ਪੜਾਅ ਕੀਤਾ, ਪੈਂਡਾ ਤੈਅ ਕਰ, 2 ਰਸਤੇ 'ਚ ਪੜਾਅ ਕੀਤੇ ਬਸ। 2 ਪੈਂਡੇ ਤੈਅ ਕਰਕੇ ਤੀਜੇ ਪੈਂਡੇ 'ਚ ਪਹੁੰਚ ਗਿਆ ਮਲੇਰਕੋਟਲੇ ਦੇ ਆਲੇ ਦੁਆਲੇ। ਉਧਰੋਂ ਜੈਨ ਖਾਂ ਆ ਗਿਆ ਫੌਜ ਲੈ ਕੇ, ਇਧਰੋਂ ਮਲੇਰਕੋਟਲੀ ਆ ਗਏ। ਅੱਜ ਸਵੇਰ ਦਾ ਸਮਾਂ ਸੀ। ਸਿੰਘ ਅੰਮ੍ਰਿਤ ਵੇਲੇ ਜਾਗੇ, ਕੋਈ ਇਸ਼ਨਾਨ ਕਰਦਾ, ਬੱਚੇ ਬਹੁਤੇ ਨਾਲ, ਪਰਿਵਾਰ ਦੇ ਜੀ ਬਜ਼ੁਰਗ ਸਭ ਨਾਲ ਸਨ। ਹੁਣ ਇੱਕਦਮ ਜਦੋਂ ਪੁਰਾਣੇ ਬਜ਼ੁਰਗਾਂ ਨੇ ਵੇਖਿਆ, ਜਿਹੜੇ ਬੁੱਢਾ ਦਲ ਦੇ ਜਥੇਦਾਰ ਸਨ, ਜੱਸਾ ਸਿੰਘ ਆਹਲੂਵਾਲੀਆ, ਕਿਉਂਕਿ ਖਾਲਸੇ 10 ਮਿਸਲਾਂ ਇੱਥੇ ਲੜੀਆਂ ਸਨ, 5 ਬੁੱਢਾ ਦਲ ਦੀਆਂ, 5 ਤਰਨਾ ਦਲ ਦੀਆਂ। ਕਿੱਥੇ ਯੁੱਧ ਹੋਇਆ? ਕੁੱਪ ਰੋਹੀੜਾ। ਜਦੋਂ ਜਾਓ ਨਾ ਮਲੇਰਕੋਟਲਾ, ਉਸ ਤੋਂ ਇੱਕ ਰੋਡ ਜਾ ਰਿਹਾ, ਮੇਨ ਰੋਡ ਜਾ ਰਿਹਾ ਲੁਧਿਆਣੇ ਵੱਲ, ਲਗਭਗ ਮਲੇਰਕੋਟਲੇ ਤੋਂ ਹੋਵੇਗਾ 6-7 ਮੀਲ ਅੱਗੇ। 2 ਪਾਵਨ ਸਥਾਨ ਹਨ। ਇਧਰੋਂ ਜਾਂਦੇ ਹੋਏ ਮਲੇਰਕੋਟਲੇ ਤੋਂ ਲੁਧਿਆਣੇ ਵੱਲ ਇੱਕ ਅਸਥਾਨ ਆ ਰਿਹਾ ਹੈ ਸੱਜੇ ਹੱਥ ਵੱਲ, ਖੱਬੇ ਹੱਥ ਵੱਲ। ਤੇ ਜਿਹੜਾ ਸਥਾਨ ਹੈ ਸੱਜੇ ਹੱਥ, ਉੱਥੋਂ ਯੁੱਧ ਸ਼ੁਰੂ ਹੋਇਆ ਸੀ। ਫੌਜਾਂ ਬਹੁਤ ਸਨ, ਤੇ ਅੱਗੇ ਤੱਕ ਕਹਿ ਲੋ ਕੁੱਪ ਰੋਹੀੜੇ ਤੱਕ, ਅੱਗੇ ਤੱਕ ਨਾ ਫੌਜ ਹੀ ਫੌਜ ਸੀ ਸਿੰਘਾਂ ਦੀ। 12 ਮੀਲ ਤੱਕ ਫੌਜ ਸੀ ਸਿੰਘਾਂ ਦੀ, ਦੂਰ ਦੂਰ ਤੱਕ। ਉਸ ਖਾਲਸਾ ਜੀ ਮਿਸਲਾਂ ਦੇ ਵੱਖ-ਵੱਖ ਮੋਰਚੇ ਲੱਗੇ ਹੋਏ ਸਨ। ਸਮਝ ਲਓ ਇੱਕ ਮੋਰਚਾ ਇੱਥੇ, ਦੂਜਾ ਮੋਰਚਾ ਥੋੜਾ ਜਿਹਾ 1 ਮੀਲ ਪਰੇ। ਤੇ ਉਦੋਂ ਖਾਸ 10 ਮਿਸਲਾਂ ਉੱਥੇ ਆਈਆਂ ਹੋਈਆਂ ਸਨ। ਤੇ ਹੁਣ ਜਦੋਂ ਬਜ਼ੁਰਗਾਂ ਨੇ ਵੇਖਿਆ ਵੀ ਇਹ ਤਾਂ ਦੁਰਾਨੀ ਦੀ ਫੌਜ ਆ ਰਹੀ ਹੈ, ਲਾਲ ਵਰਦੀ ਪਾ ਕੇ ਫੌਜ ਆ ਰਹੀ ਹੈ, ਸਿੰਘ ਕਹਿਣ ਲੱਗੇ ਖਾਲਸਾ ਜੀ ਤਿਆਰ ਬਰ ਤਿਆਰ ਹੋ ਜਾਓ, ਦੁਸ਼ਮਣ ਦੀ ਫੌਜ ਆ ਗਈ ਹੈ। ਬਸ ਖਾਲਸਾ ਜੀ ਸਿੰਘਾਂ ਨੇ ਉਦੋਂ ਫਿਰ ਤਲਵਾਰਾਂ ਧੂ ਲਈਆਂ, 2 ਨਾਲ ਹੀ ਬੰਦੂਕਾਂ ਖਾਲਸਾ ਚੁੱਕ ਲਈਆਂ, ਤੀਰ ਕਮਾਨ ਜਿਨ੍ਹਾਂ ਕੋਲ ਸਨ ਉਹ ਤਿਆਰ ਬਰ ਤਿਆਰ ਹੋ ਗਏ। ਗੁਰਮਤਾ ਇਹ ਹੋਇਆ ਕਿ ਪਰਿਵਾਰ ਨੂੰ ਬਚਾਉਂਦੇ ਬਚਾਉਂਦੇ ਅੱਗੇ ਤੁਰੀ ਜਾਓ। ਇੱਕ ਮਿਸਲ ਲੜੇਗੀ, ਦੂਜੀ ਮਿਸਲ ਅੱਗੇ ਤੁਰੋ, ਫਿਰ ਦੂਜੀ ਲੜੇਗੀ, ਪਹਿਲੀ ਅੱਗੇ ਤੁਰੇ। ਕਿ ਬਚਾਅ ਵੀ ਕਰਨਾ ਹੈ ਪਰਿਵਾਰ ਦਾ, ਯੁੱਧ ਵੀ ਕਰਨਾ ਹੈ, ਡਰਨਾ ਵੀ ਨਹੀਂ, ਤੇ ਸ਼ਹੀਦੀਆਂ ਵੀ ਪਾਣੀਆਂ ਹਨ। ਇਸ ਤਰ੍ਹਾਂ ਜਦੋਂ ਯੁੱਧ ਸ਼ੁਰੂ ਹੋਇਆ ਤੇ ਮੇਨ ਜਥੇਦਾਰ ਸਨ ਖਾਲਸਾ ਜੀ ਜੱਸਾ ਸਿੰਘ ਆਹਲੂਵਾਲੀਆ, ਸ਼ੇਰੇ ਪੰਜਾਬ ਦਾ ਦਾਦਾ ਸੀ ਚੜ੍ਹਤ ਸਿੰਘ ਜੀ, ਸਰਦਾਰ ਚੜ੍ਹਤ ਸਿੰਘ ਸੁੱਕਰ ਚੱਕੀ ਮਿਸਲ ਦੇ ਜਥੇਦਾਰ ਸਨ। ਉਧਰ ਜੱਸਾ ਸਿੰਘ ਆਹਲੂਵਾਲੀਆ, ਉਧਰ ਖਾਲਸਾ ਜੀ ਹੋਰ ਸੂਰਮੇ ਯੋਧੇ, ਇਤਨੇ ਸੂਰਮਿਆਂ ਨੇ ਯੁੱਧ ਕੀਤਾ। ਅਹਿਮਦ ਸ਼ਾਹ ਅਬਦਾਲੀ ਦੀ ਫੌਜ, ਬੇਅੰਤ ਫੌਜ, ਇਹ ਕਹ ਲੋ 2-3 ਲੱਖ ਤੋਂ ਵੱਧ ਫੌਜ ਇਹਦੀ। ਤੇ ਇਧਰ ਜੈਨ ਖਾਂ ਦੀ ਫੌਜ ਆ ਗਈ,
ਮਲੇਰਕੋਟਲਿਆਂ ਦੀ ਫੌਜ ਆ ਗਈ, ਸਾਰੇ ਪਾਸੇ ਸਿੰਘਾਂ ਨੂੰ ਘੇਰ ਲਿਆ ਇਹਨਾਂ ਨੇ। ਸਿੰਘ ਜਾ ਰਹੇ ਸਨ ਮਾਲਵੇ ਦੇ ਵੱਲ, ਕਿਉਂਕਿ ਉਹ ਸਿੰਘਾਂ ਦਾ ਇਲਾਕਾ ਭੇਤੀ ਸੀ, ਉਸ ਪਾਸੇ ਵੱਲ ਕੋਈ ਨਹੀਂ ਜਾ ਰਿਹਾ ਸੀ। ਸਿੰਘਾਂ ਨੇ ਆਖਿਆ ਵੀ ਸਿੰਘੋ ਹੁਣ ਇਸ ਤਰ੍ਹਾਂ ਕਰੋ, ਵੱਖ-ਵੱਖ ਹੋ ਕੇ ਨਾ ਲੜੋ, ਹੁਣ ਸਮਾਂ ਨਹੀਂ ਆਪਣੀ ਮਿਸਲਾ ਬਚਾਉਣ ਦਾ, ਹੁਣ ਸਮਾਂ ਹੈ ਪੰਥ ਦੀ ਲਾਜ ਦਾ, ਤੇ ਪੰਥ ਦੀ ਲਾਜ ਬਚਾਓ, ਬੱਚੇ ਬਚਾਓ, ਬਜ਼ੁਰਗ ਬਚਾਓ, ਯੁੱਧ ਕਰਦੇ ਅੱਗੇ ਚਲੀ ਜਾਓ। ਸਿੰਘ ਯੁੱਧ ਕਰਦੇ ਚਲੀ ਗਏ, ਖਾਲਸਾ ਜਾਈਗੇ। ਅਹਿਮਦ ਸ਼ਾਹ ਅਬਦਾਲੀ ਦੇ ਫੌਜਾਂ ਨੇ, ਗਿਲਜੀਆਂ ਨੇ ਸਿੰਘਾਂ ਦਾ ਨੁਕਸਾਨ ਤਾਂ ਬਹੁਤ ਕੀਤਾ, ਪਰ ਸਿੰਘ ਘਬਰਾਏ ਨਹੀਂ ਖਾਲਸਾ ਜੀ। ਸਿੰਘ ਅੱਗੇ ਤੁਰਦੇ ਗਏ। ਮੇਨ ਬਚਾਅ ਕਰਨਾ ਸੀ ਬੱਚਿਆਂ ਦਾ, ਬਜ਼ੁਰਗਾਂ ਦਾ ਤੇ ਬੀਬੀਆਂ ਦਾ। ਜੇ ਉਹ ਨਾ ਹੁੰਦੇ ਨਾ ਇੱਥੇ ਖਾਲਸਾ ਜੀ, ਅੱਜ ਦਾ ਯੁੱਧ ਫਤਿਹ ਹੋਣਾ ਸੀ। ਅਹਿਮਦ ਸ਼ਾਹ ਅਬਦਾਲੀ ਤੇ ਰਹਿਣਾ ਨਹੀਂ ਸੀ ਖਾਲਸਾ ਜੀ, ਬੱਚੇ ਬਜ਼ੁਰਗ ਨਾ ਹੁੰਦੇ। ਸਿੰਘ ਤਾਂ ਪਹਿਲੇ ਹੀ ਤਿਆਰ। ਸਿੰਘਾਂ ਦੇ ਮਨ ਵਿੱਚ ਇੱਕ ਜੋਸ਼ ਸੀ, ਤਨ ਜੀਓ ਤੇ ਕੋ ਜਗ ਮੈਂ ਮੁਕਤੇ, ਹਰ ਚਿੱਤ ਮੈਂ ਯੁੱਧ ਵਿਚਾਰ ਹੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ, ਧੀਰਜ ਧਾਮ ਬਨਾਏ ਇਹ ਹੈ ਤਨ, ਬੁੱਧ ਸੋ ਦੀਪਕ ਜਿਉ ਉਜਿਆਰੈ, ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾ ਧਰਤਾ ਕੁਤਬਾਰ ਬੁਹਾਰ ਹੈ। ਸਿੰਘਾਂ ਦੇ ਅੰਦਰ ਜੋਸ਼ ਹੈ, ਪਤਾ ਹੈ ਕਿ ਸਰੀਰ ਰਹਿਣਾ ਨਹੀਂ, ਦੇਹ ਅਨਿਤ, ਇਹ ਅਨਿਤ ਹੈ, ਰਹਿਣ ਵਾਲਾ ਨਹੀਂ। ਨਾ ਨਿਤ ਰਹਿ ਜਸ ਨਾਵ ਚੜਾਏ ਭਵ ਸਾਗਰ ਤਾਰੈ, ਜਿਵੇਂ ਕਿਸੇ ਨਾਵ ਤੇ ਚੜ ਜਾਓ ਤੇ ਉਹਨੇ ਖਾਲਸੇ ਪਰਲੇ ਕਿਨਾਰੇ ਜਾਣਾ ਹੀ ਜਾਣਾ ਹੈ, ਦੁਨੀਆ ਸਾਗਰ ਨੂੰ ਤਾਰ ਹੀ ਦੇਣਾ। ਗੁਰੂ ਪਾਤਸ਼ਾਹ ਦੀ ਸ਼ਹੀਦੀ ਨੇ ਸਿੰਘਾਂ ਨੂੰ ਜਜ਼ਬਾ ਸੀ ਕਿ ਸ਼ਹੀਦੀ ਦਾ ਜਾਮ ਪੀਣਾ ਹੈ, ਪਰ ਸਿੰਘ ਇਸ ਕਰਕੇ ਰੁਕੇ ਹੋਏ ਸਨ, ਬੱਚਿਆਂ ਨੂੰ ਬਚਾਉਣਾ ਹੈ, ਬਜ਼ੁਰਗਾਂ ਨੂੰ ਬਚਾਉਣਾ ਹੈ, ਬੀਬੀਆਂ ਨੂੰ ਬਚਾਉਣਾ ਹੈ। ਇਸ ਤਰ੍ਹਾਂ 12 ਮਿਸਲਾਂ 'ਚ 10 ਮਿਸਲਾਂ ਨੇ ਮਿਲ ਕੇ ਯੁੱਧ ਕੀਤਾ ਉੱਥੇ ਖਾਲਸਾ ਜੀ। ਜਦੋਂ ਪੰਥ ਉੱਤੇ ਭੀੜ ਆ ਜਾਵੇ ਨਾ, ਉਦੋਂ ਵੱਖ-ਵੱਖ ਨਹੀਂ ਹੋਈਦਾ, ਉਦੋਂ ਇਕੱਠੇ ਹੋ ਕੇ ਲੜੀਦਾ ਹੈ ਖਾਲਸਾ ਜੀ। ਅੱਜ ਪੰਥ ਉੱਤੇ ਇਤਨੀ ਭੀੜ ਆਈ, ਮੁਸੀਬਤ ਆਈ, ਸਿੰਘਾਂ ਨੇ ਸ਼ਹੀਦੀ ਦਾ ਜਾਮ ਪੀ ਲਿਆ ਤੇ ਕੁਤਬਾ ਬ੍ਰਾਹਮਣੀ ਤੱਕ ਇੱਧਰ ਖਾਲਸਾ ਸਿੰਘਾਂ ਨੇ ਯੁੱਧ ਕਰਦੇ ਅੱਗੇ ਸਿੰਘ ਪਹੁੰਚ ਗਏ। ਨਿਸ਼ਾਨਾ ਸੀ ਸਿੰਘਾਂ ਨਾਲ ਕਿ ਸਤਲੁਜ ਤੱਕ ਜਾਈਏ, ਰਾਏਕੋਟ ਵੱਲ ਜਾਈਏ, ਪਰ ਫਿਰ ਵੀ ਸਿੰਘਾਂ ਨੂੰ ਖਾਲਸਾ ਜੀ ਥੋੜਾ ਜਿਹਾ ਮਾਲਵੇ ਦੇ ਵੱਲ, ਇਸ ਪਾਸੇ ਵੱਲ ਹੋਣਾ ਪੈ ਗਿਆ। ਜਿੱਧਰ ਸਿੰਘਾਂ ਦਾ ਮੂੰਹ ਹੋਇਆ, ਸਿੰਘ ਉਸ ਪਾਸੇ ਵੱਲ ਜਾਂਦੇ ਰਹੇ। ਤੇ ਅੱਜ ਦੇ ਖਾਲਸਾ ਲਗਭਗ ਦੁਪਹਿਰ ਦਾ ਸਮਾਂ ਆ ਗਿਆ, ਗਰਮੀ ਖਾਲਸਾ ਦੁਪਹਿਰੇ ਥੋੜੀ ਪੈਣੀ ਸ਼ੁਰੂ ਹੋ ਗਈ, ਤੇ ਸਵੇਰ ਦਾ ਪਾਣੀ ਨਾ ਮਿਲਿਆ ਸਿੰਘਾਂ ਨੂੰ ਵੀ ਤੇ ਗਿਲਜੀਆਂ ਨੂੰ ਵੀ। ਹੁਣ ਭਾਣਾ ਵਾਪਰਿਆ, ਰਾਏਕੋਟ ਦੇ ਕੋਲ ਇੱਕ ਪਾਣੀ ਦੀ ਢਾਬ ਸੀ, ਸਰੋਵਰ ਸੀ। ਸਿੰਘਾਂ ਨੇ ਆਖਿਆ, ਦੇਖੋ ਸਿੰਘੋ, ਅੱਗੇ ਪਾਣੀ ਮਾਲਵੇ 'ਚ ਨਹੀਂ ਹੈ, ਇਹ ਪਾਣੀ ਹੈ ਤਾਂ ਇੱਥੇ ਹੈ, ਇੱਥੇ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰੋ, ਅੱਗੇ ਚਲੇ ਗਏ ਤਾਂ ਪਾਣੀ ਤੋਂ ਤਿਹਾਈ ਮਰ ਜਾਓਗੇ। ਉਧਰੋਂ ਗਿਲਜੇ ਬੜੇ ਤਿਹਾਈ ਸਨ, ਤੇ ਉਸ ਤਲਾਅ ਦੇ ਇੱਕ ਕਿਨਾਰੇ ਤੋਂ ਪਾਣੀ ਪੀਣ ਲੱਗੇ ਸਿੰਘ, ਦੂਜੇ ਤੋਂ ਪੀਣ ਲੱਗੇ ਗਿਲਜੇ ਖਾਲਸਾ ਜੀਓ। ਤਾਂ ਖਾਲਸਾ ਜੀ ਗੁਰੂ ਕੇ ਸਿੰਘਾਂ ਨੂੰ ਅੱਗੇ ਜਾਣ ਦਾ ਮੌਕਾ ਮਿਲ ਗਿਆ, ਪਰਿਵਾਰ ਨੂੰ ਅੱਗੇ ਤੁਰਨ ਦਾ ਮੌਕਾ ਮਿਲ ਗਿਆ। ਜੱਸਾ ਸਿੰਘ ਆਹਲੂਵਾਲੀਆ ਨੂੰ 22 ਫੱਟ ਵੱਜੇ ਸਨ ਇਸ ਜੰਗ ਵਿੱਚ ਖਾਲਸਾ ਜੀਓ। ਫਿਰ ਵੀ ਤਿਆਰ ਬਰ ਤਿਆਰ ਰਿਹਾ ਸੂਰਮਾ ਖਾਲਸਾ ਜੀ, ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ। ऐसे महान सूरमे जस्सा सिंह रामगढ़िया वर्गे, शेर सिंह वर्गे, बाघ सिंह वर्गे, ये महान सूरमे सन खालसा जीओ। चतर सुकर चकिया जड़ा सी खालसा जीओ, महान योधा सी। शेर पंजाब दा दादा सी चढ़ सिंह सुकर चकिया, उद नकईया दे जथेदार, कन्निया दे जथेदार, सारे तैयार बर तैयार। लगभग दोपहर तो बाद ते इन्होंने वापस मुड़ना पै गया। उधर सिंह अगे लंघे खालसा जीओ। जे कह लो इस युद्ध विच ना सिंघां नूं कह लो हार खानी पई, भज के तो यही गए खालसा जी, वापस आ गए। सिंह तां युद्ध करते गए। जे कह लो बराबर बराबर दा युद्ध रहा, इन्हां दे भी ज्यादा मरे सन खालसा जीओ। भावें सिंघां दा नुकसान होया, इहनूं घल्लूकारा कहंदे। जिथे नुकसान होवे ना उहनूं कहंदे घल्लूकारा। घमासान दा युद्ध खालसा जी वो अज का दिहाड़ा है
जिस दिहाड़े 30 तो 35,000 तक गुरु के प्यारे दी शहीदियां होईयां खालसा जीओ। ये दो पावन स्थान हैं, कुप रोहीड़ा। कुप रोहीड़ा दो पिंड वखरे वखरे हैं पर कहते इकट्ठे हैं कुप रोहीड़ा खालसा जीओ। अज इस पावन स्थान ते जिन्होंने नतमस्तक होना है बड़ा वड्डा जोड़ मेल है। लगभग पिछले 40 दिन तो बाबा जंग सिंह जी खालसा जी उस स्थान ते जो सज्जे हथ स्थान है ना, परसों जाके दर्शन किए दास ने उस स्थान दे कि 40 दिन तो जोड़ मेल चल रहा है उस स्थान ते। ते जिहड़ा खब्बे हथ स्थान है खालसा जी उत्थे भी पिछले 3 दिनों तो श्री खंड जाप आरंभ। अज श्री खंड जाप जी के भोग पाए जाणगे ते खालसा जी उपरंत महान समागम हो रहे हैं। जिन्हां को समा है जाके दर्शन करिए। वड्डा कल्लूकारा जिथे पावन स्थान है शहीदां दा, उन्हां शहीदां नूं नतमस्तक होइए। कोट कोट प्रणाम इन्हां सारे शहीदां नूं जिहड़े वड्डे कल्लूकारे विच शहीद होए। तीजा कल्लूकारा सन 84 दा होया खालसा जीओ, जिस विच बेअंत गुरु के प्यारे उन्होंने शहीदी का जाम पीता। ये पंथ उत्ते मुसीबतां तो आईयां। जो वड्डा कल्लूकारा होया ना, एक सिंह कहन लगा खालसा जी खोट गई तत खालसा रह गया। आखो सतनाम। खोट चली गई तत खालसा रह गया। इहदा भाव सी कि ਸਿੰਘੋ ਸ਼ਹੀਦੀਆਂ पा के तुहाडे पाप धोते गए, तुसीं सचखंड जा चले गए सारे। कोई पाप हो भी जाता है, कोई गुनाह हो भी जाता है, वो ਸਿੰਘੋ तुसीं हुण सचखंड पहुंच गए सारे। तत खालसा फिर भी त्यार बर त्यार, इन्हों को मारने वाला बचिया नहीं खालसा जी। अहमद शाह अब्दाली आप मर गया जाके, उसे खालसा इट दे कहो नसूर करके उसकी मौत हुई अहमद शाह अब्दाली दी। पर सिंह पंथ खालसा पंथ अज भी बरकरार है। नादर शाह वर्गे अब्दाली वर्गे बहुत आए बहुत चले गए, पर खालसा पंथ गजदा है ते गजदा रहेगा। जकारा गजाउंदा है, जकारे गजांदे रहेगा। अकाल अकाल ये खालसे जकारे गजदे रहणगे खालसा जीओ, उनको रोक नहीं सकता। ये खालसे उत्ते गुरु पातशाह दा हथ है। खालसा काल पुरख की फौज है खालसा जीओ। राज करेगा खालसा आकी रहना कोई, ख्वार होए सब मिलेंगे बचे शरण जो होए। ऐसा निशाना है गुरु खालसे दा। ऐसे सिंघां नूं कोट कोट प्रणाम करिए। आओ अज दा पावन मुखवाक सतगुरु पातशाह धन गुरु अर्जन देव महाराज जी का उच्चारण किया होया। ये खालसा जी राग गोजरी दी वार विच है। आओ श्रवण करन लई सारे गुरु के प्यारे श्रद्धा सत्कार नाल उच्चारण करो जी। सतनाम श्री वाहे गुरु साहिब जी। सतनाम श्री वाहे गुरु साहिब जी। सतनाम श्री वाहे गुरु साहिब जी। एक ओंकार सतगुर प्रसाद। एक अद्वितीय परमात्मा जिदे वर्गा होर कोई भी नहीं। ओंकार जो सरगुण स्वरूप करके अनेक बनया होया है। सत चेतन आनंद स्वरूप है परमात्मा दा। उहदी प्राप्ति किवें हुंदी है? गुरु दी किरपा द्वारा। सतगुर प्रसाद सच्चे गुरु पूरे गुरु दी किरपा द्वारा एक नाल मिलाप हुंदा है। राग गुजरी वार महला पंजवा। धन श्री गुरु ग्रंथ ਸਾਹਿਬ ਪਾਤਸ਼ਾਹ ਦੇ ਵਿੱਚ 22 ਵਾਰਾਂ ਹਨ, 9 ਧੁਨੀਆਂ ਹਨ। ਇਹਨਾਂ 22 ਵਾਰਾਂ ਵਿੱਚੋਂ ਖਾਲਸਾ ਜੀ 2 ਵਾਰਾਂ ਹਨ ਗੋਜਰੀ ਰਾਗ ਦੀਆਂ। ਇੱਕ ਮਹੱਲੇ ਤੀਜੇ ਕੀ ਤੇ ਇਹ ਵਾਰ ਹੈ ਮਹੱਲੇ ਪੰਜਵੇਂ ਕੀ। ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਦੀ ਗੋਜਰੀ ਦੀ ਵਾਰ ਹੈ। ਸ਼ਲੋਕ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਲੋਕ ਉਚਾਰਨ ਕਰਦੇ ਹਨ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਉਹ ਰੱਬ ਦੇ ਪਿਆਰੇ ਧਨ ਹਨ, ਧਨ ਹਨ। ਕਿਹੜੇ ਜੀ? ਜਿਹੜੇ ਆਪਣੇ ਹਿਰਦੇ ਵਿੱਚ, ਆਪਣੇ ਅੰਤਰਕਰਨ ਵਿੱਚ, ਆਪਣੇ ਮਨ ਵਿੱਚ ਗੁਰੂ ਗੁਰੂ ਅਰਾਧੇ ਹਨ। ਧਨ ਜਿਉ ਤਿਹ ਕੋ ਜਗ ਮਹਿ, ਉਹ ਧਨ ਹਨ ਗੁਰੂ ਕੇ ਪਿਆਰੇ। ਮੁਖ ਤੋਂ ਵੀ ਵਾਹਿਗੁਰੂ, ਅੰਦਰ ਵੀ ਵਾਹਿਗੁਰੂ ਜਪਦੇ ਹਨ। ਅੰਤਰ ਗੁਰ ਆਰਾਧਣਾ, ਅੰਦਰ ਉਹਨਾਂ ਦੇ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ ਹੈ। ਖਾਲਸਾ ਜੀਓ, ਧੰਨ ਹੋ ਗੁਰੂ ਕੇ ਪਿਆਰੇ। ਜਿਹਵਾ ਜਪ ਗੁਰ ਨਾਉ, ਐ ਮੇਰੇ ਮਨਾ ਤੂੰ ਵੀ ਜਪ ਲੈ। ਜ਼ੁਬਾਨ ਦੁਆਰਾ ਰੱਬ ਦਾ ਨਾਂ ਤਾਂ ਜਪ ਲੈ, ਗੁਰੂ ਦਾ ਨਾਂ ਜਪ ਲੈ। ਉਹ ਧੰਨ ਹਨ ਗੁਰੂ ਕੇ ਪਿਆਰੇ ਜਿਹੜੇ ਜ਼ੁਬਾਨ ਦੁਆਰਾ ਜਪਦੇ ਹਨ ਵਾਹਿਗੁਰੂ 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 ਵਾਹਿਗੁਰੂ। ਜ਼ੁਬਾਨ ਨਾਲ ਜਪ ਕੇ ਹੀ ਅੰਦਰ ਜਾਵੇਗਾ ਖਾਲਸਾ ਜੀਓ, ਤਾਂ ਹੀ ਅੰਦਰ ਚੱਲੇਗਾ। ਜੇ ਜ਼ੁਬਾਨ ਨਾਲ ਨਹੀਂ ਜਪਦੇ ਤੇ ਅੰਦਰ ਨਹੀਂ ਚੱਲੇਗਾ ਖਾਲਸਾ ਜੀ। ਐ ਮੇਰੇ ਮਨਾ ਅੰਦਰ ਤਾਂ ਚੱਲੇਗਾ, ਆਰਾਧਨਾ ਤਾਂ ਹੋਵੇਗੀ ਜੇ ਜ਼ੁਬਾਨ ਦੁਆਰਾ ਜਪੇਗਾ। ਜਿਹਵਾ ਜਪ ਗੁਰ ਨਾਉ, 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 ਜਿਹਵਾ ਜਪ ਗੁਰ ਨਾਉ। ਇਹ ਜ਼ੁਬਾਨ ਦੁਆਰਾ ਮਨਾ ਜਪ ਲੈ, ਇਹ ਤੇਰੀ ਸਿਮਰਣੀ ਹੈ। ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ। ਇਹ ਵਾਹਿਗੁਰੂ ਵਾਹਿਗੁਰੂ ਜਪ ਲੈ। ਨੇਤਰੇ ਸਤਿਗੁਰ ਪੇਖਣਾ, ਸਰਵਣੇ ਸੁਨਣਾ ਗੁਰ ਨਾਉ। ਇਹਨਾਂ ਨੇਤਰਾਂ ਨਾਲ ਦਰਸ਼ਨ ਕਰਨੇ ਹਨ ਗੁਰੂ ਪਾਤਸ਼ਾਹ ਦੇ। ਸਤਿਗੁਰ ਪੇਖਣਾ, ਗੁਰੂ ਦੀ ਦਰਸ਼ਨ ਕਰ ਮਨਾ। ਤੇ ਕੰਨਾਂ ਦੁਆਰਾ ਸਰਵਣੀ, ਕੰਨਾਂ ਦੁਆਰਾ ਸਰਵਣੀ ਸੁਣਨਾ ਗੁਰ ਨਾਉ। ਕੰਨਾਂ ਦੁਆਰਾ ਵੀ ਵਾਹਿਗੁਰੂ ਇਹ ਸੁਣ ਮਨਾ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ। ਇਸ ਤਰ੍ਹਾਂ ਮਨਾ ਕੰਨਾਂ ਦੁਆਰਾ ਸੁਣ, ਅੱਖਾਂ ਦੁਆਰਾ ਦਰਸ਼ਨ ਕਰ, ਜ਼ੁਬਾਨ ਦੁਆਰਾ ਜਪ ਤੇ ਅੰਦਰ ਵਸਾ। ਜੇ ਇਹ ਅਵਸਥਾ ਬਣ ਗਈ ਨਾ, ਫਿਰ ਕੀ ਹੋਵੇਗਾ? ਸਤਿਗੁਰ ਸੇਤੀ ਰਤਿਆ, ਉਹ ਰੱਬ ਦੇ ਪਿਆਰੇ ਸਤਿਗੁਰ ਪਾਤਸ਼ਾਹ ਨਾਲ ਰਤ ਜਾਂਦੇ। ਰਤ ਕਹਿੰਦੇ ਕੁਲ ਮਿਲ ਗਏ, ਕੁਲ ਮਿਲ ਗਏ। ਬਸ ਕੰਨਾਂ ਤੋਂ ਜਪਿਆ, ਕੰਨਾਂ ਤੋਂ ਸੁਣਿਆ, ਫਿਰ ਖਾਲਸਾ ਜੀ ਅੰਦਰ ਵਸਾ ਲਿਆ। ਫਿਰ ਜਪਿਆ, ਫਿਰ ਸੁਣ ਕੇ ਫਿਰ ਅੰਦਰ ਵਸਾ ਲਿਆ। ਇਸ ਤਰ੍ਹਾਂ ਘੁਲ ਮਿਲ ਗਏ ਉਹਨਾਂ ਦਾ। ਕਹਿ ਲੋ ਅੱਖਾਂ, ਕੰਨ, ਜ਼ੁਬਾਨ ਤੇ ਮਨ ਇੱਕ ਹੀ ਹੋ ਗਏ। ਬਸ ਉਹ ਕਹਿੰਦੇ ਘੁਲ ਮਿਲ ਗਏ। ਜੇ ਇਹ ਅਵਸਥਾ ਬਣ ਗਈ, ਸਤਿਗੁਰ ਸੇਤੀ ਰਤਿਆ, ਸਤਿਗੁਰ ਨਾਲ ਰਤ ਕੇ ਜੁੜ ਕੇ ਦਰਗਹਿ ਪਾਈਐ ਠਾਓ, ਦਰਗਾਹ ਵਿੱਚ ਥਾਂ ਮਿਲ ਜਾਂਦੀ ਖਾਲਸਾ ਜੀ। ਉਹ ਫਿਰ ਸੱਚਖੰਡ ਜਿਹੜੀ ਦਰਗਾਹ ਹੈ ਪ੍ਰਮਾਤਮਾ ਦੀ, ਉੱਥੇ ਥਾਂ ਟਿਕਾਣਾ ਮਿਲ ਜਾਂਦਾ ਹੈ। ਕਹੋ ਨਾਨਕ ਕਿਰਪਾ ਕਰੇ,
ਜਿਸਨੋ ਇਹ ਵਥ ਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ, ਕਹੋ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਕਿ ਇਹ ਕਿਰਪਾ ਕਿਸ ਤੇ ਹੁੰਦੀ ਹੈ। ਕਹੋ ਨਾਨਕ ਜਿਸ ਨੂੰ ਕਿਰਪਾ ਕਰੇ, ਕਿਰਪਾ ਕਰੇ ਜੇ ਵਾਹਿਗੁਰੂ ਕਿਰਪਾ ਕਰਦਾ ਨਾ, ਕਹੋ ਨਾਨਕ ਕਿਰਪਾ ਕਰੇ ਜੇ ਕਿਰਪਾ ਵਾਹਿਗੁਰੂ ਕਰੇ, ਜਿਸ ਨੂੰ ਇਹ ਵਥ ਦੇ, ਇਹ ਵਸਤੂ ਦੇ ਦਵੇ, ਇਹ ਗਿਆਨ ਕਰਾ ਦਵੇ। ਨਾਮ ਦੀ ਵਸਤੂ ਜਿਹਨੂੰ ਵਾਹਿਗੁਰੂ ਦੇ ਦਵੇ ਨਾ, ਉਹ ਮਿਲਦੀ ਹੀ ਕਿਰਪਾ ਨਾਲ ਹੈ। ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ। ਜਿਨ੍ਹਾਂ ਨੂੰ ਇਹ ਵਸਤੂ ਮਿਲ ਜਾਵੇ ਨਾ, ਉਹ ਬੰਦੇ ਦੁਨੀਆ 'ਚ ਉੱਤਮ ਗਿਣੇ ਜਾਂਦੇ ਹਨ। ਕਾਢੀ ਹੈ, ਬਾਹਰ ਕੱਢੇ ਜਾਂਦੇ ਹਨ। ਜਿਵੇਂ 100 ਬੰਦੇ ਹੋਣ, 2 ਬੰਦੇ ਬਾਹਰ ਆ ਜਾਓ ਜੀ, ਵਧੀਆ ਵਧੀਆ ਨੌਜਵਾਨ ਉਹ ਬਾਹਰ ਆ ਗਏ। ਇਸੇ ਤਰ੍ਹਾਂ ਦੁਨੀਆ ਵਿੱਚ ਬੇਅੰਤ ਰੱਬ ਦੇ ਜੀ ਹੋਣਗੇ, ਪਰ ਉੱਤਮ ਕਿਹੜੇ ਹਨ? ਜਗ ਮਹਿ ਉੱਤਮ ਕਾਢੀ ਹੈ, ਉਹ ਉੱਤਮ ਕੱਢੇ ਜਾਂਦੇ ਜਿਨ੍ਹਾਂ ਦੀ ਜ਼ੁਬਾਨ ਵਾਹਿਗੁਰੂ ਜਪਦੀ ਹੈ, ਜਿਨ੍ਹਾਂ ਦੇ ਕੰਨ ਵਾਹਿਗੁਰੂ ਨਾਮ ਸੁਣਦੇ ਹਨ, ਜਿਨ੍ਹਾਂ ਦਾ ਹਿਰਦਾ ਰੱਬ ਦੀ ਆਰਾਧਨਾ ਕਰਦਾ ਹੈ, ਜਿਨ੍ਹਾਂ ਦੇ ਨੇਤਰ ਦਰਸ਼ਨ ਕਰਦੇ ਹਨ ਵਾਹਿਗੁਰੂ ਦੇ, ਜਿਨ੍ਹਾਂ ਉੱਤੇ ਕਿਰਪਾ ਹੁੰਦੀ ਹੈ, ਉਹ ਉੱਤਮ ਹਨ ਖਾਲਸਾ ਜੀਓ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ, ਉਹ ਰੱਬ ਦੇ ਪਿਆਰੇ ਵਿਰਲੇ ਹਨ, ਉਹ ਸ੍ਰੇਸ਼ਟ ਹਨ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਫਿਰ ਫਰਮਾਨ ਕਰਦੇ ਹਨ, ਰੱਖੇ ਰਖਣਹਾਰ ਆਪ ਉਬਾਰਿਆਨ। ਐ ਮੇਰੇ ਪ੍ਰਮਾਤਮਾ, ਉਹਨਾਂ ਵਿਰਲਿਆਂ ਦੀ ਪੈਜ ਤੁਸੀਂ ਆਪ ਰੱਖਦੇ ਹੋ ਪਾਤਸ਼ਾਹ। ਜਿਹੜੇ ਵਿਰਲੇ ਨਿਕਲ ਗਏ ਨਾ ਬਾਹਰ ਦੁਨੀਆ ਤੋਂ, 84 ਦੇ ਗੇੜੇ ਤੋਂ ਬਾਹਰ ਆ ਗਏ, ਤੇ ਰੱਖਣ ਵਾਲੇ ਪੈਜ ਤੁਸੀਂ ਆਪ ਹੋ ਉਹਨਾਂ ਦੀ। ਰੱਖੇ ਰੱਖਣਹਾਰ ਆਪ ਉਬਾਰਿਆਨ, ਤੁਸੀਂ ਆਪ ਰੱਖਿਆ ਕਰਦੇ ਹੋ ਉਹਨਾਂ ਦੀ, ਆਪ ਰੱਖਦੇ ਹੋ, ਆਪ ਪੈਜ ਰੱਖਦੇ ਹੋ ਉਹਨਾਂ ਦੀ, ਤੇ ਆਪ ਹੀ ਉਬਾਰਨਾ ਕਰਦੇ ਹੋ ਉਹਨਾਂ ਦੀ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਪਰਮਾਤਮਾ ਉਹਨਾਂ ਪਿਆਰਿਆਂ ਨੂੰ ਜੋੜਦਾ ਪਹਿਲਾਂ ਗੁਰੂ ਚਰਨਾਂ ਨਾਲ ਖਾਲਸਾ ਜੀਓ। ਗੁਰ ਕੀ ਪੈਰੀ ਪਾਏ, ਰੱਬ ਕਹਿੰਦਾ ਚਲੋ ਭਾਈ ਗੁਰੂ ਚਰਨਾਂ ਤੇ ਮੱਥਾ ਟੇਕੋ। ਪਹਿਲਾਂ ਗੁਰੂ ਚਰਨਾਂ ਤੇ ਪਾ ਕੇ ਨਾ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਉਹਨਾਂ ਦਾ ਜੀਵਨ ਦਾ ਕਾਰਜ ਵੀ ਵਾਹਿਗੁਰੂ ਆਪੇ ਸਵਾਰਦਾ ਹੈ। ਕਿ ਪਹਿਲਾਂ ਗੁਰੂ ਨਾਲ ਜੁੜੋ ਭਾਈ, ਸ਼ਬਦ ਨਾਲ ਜੁੜੋ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਗ੍ਰਹਿਣ ਕਰੋ। ਹੋਆ ਆਪ ਦਇਆਲ ਮਨ ਹੋ ਨਾ ਵਿਸਾਰਿਆਨ। ਤੇ ਵਾਹਿਗੁਰੂ ਆਪ ਦਇਆਲ, ਦਇਆ ਦੇ ਘਰ ਵਿੱਚ ਆ ਕੇ ਦਇਆ ਕਰਦਾ ਹੈ। ਜਦੋਂ ਵਾਹਿਗੁਰੂ ਆਪ ਦਇਆ ਕਰਦਾ ਨਾ, ਮਨੋ ਨਾ ਵਿਸਾਰਿਆਨ, ਮਨ ਵਿੱਚੋਂ ਵਾਹਿਗੁਰੂ ਆਪਣਾ ਸਰੂਪ ਨਹੀਂ ਭੁਲਾਉਂਦਾ ਖਾਲਸਾ ਜੀਓ। ਕਿਉਂਕਿ ਜਦੋਂ ਵਾਹਿਗੁਰੂ ਜਿਹਨੂੰ ਭੁਲਾ ਦੇਵੇ, ਉਹਨੂੰ ਯਾਦ ਵੀ ਨਹੀਂ ਆਉਂਦਾ। ਜਿਹਨੂੰ ਯਾਦ ਕਰਾ ਦੇਵੇ, ਉਹਨੂੰ ਭੁੱਲਣਾ ਵੀ ਨਹੀਂ ਆਉਂਦਾ। ਆਖੋ ਸਤਨਾਮ ਸ੍ਰੀ ਬੰਦਾ ਕਹਿੰਦਾ ਵਾਹਿਗੁਰੂ। ਮੈਂ ਭੁੱਲ ਜਾਣਾ ਬਾਰ-ਬਾਰ, ਭੁੱਲਦਾ ਤਾਂ ਹੈ ਉਹ ਤੈਨੂੰ ਯਾਦ ਨਹੀਂ ਕਰਾ ਰਿਹਾ ਅਜੇ ਤੱਕ। ਇਹ ਯਾਦ ਕਰਾਤਾ ਉਹਨੇ, ਫਿਰ ਭੁੱਲਣਾ ਨਹੀਂ। ਫਿਰ ਸਾ ਸਾ ਸਿਮਰੋ ਗੋਬਿੰਦ, ਉਹ ਸਵਾਸ ਸਵਾਸ ਸਿਮਰਨ ਕਰਾਵੇਗਾ ਉਹ। ਜੇ ਅਜੇ ਕਿਰਪਾ ਨਹੀਂ ਕਰਦਾ ਤੇ ਬੰਦਿਆ ਕੁਛ ਨਹੀਂ ਹੋ ਰਿਹਾ। ਐ ਮੇਰੇ ਪ੍ਰਮਾਤਮਾ, ਇਹ ਤੁਸੀਂ ਕਿਰਪਾ ਕਰਦੇ ਹੋ। ਆਪ ਦਇਆਲ ਮਨੋ ਨਾ ਵਿਸਾਰਨ, ਜੇ ਵਾਹਿਗੁਰੂ ਆਪ ਦਇਆ ਦੇ ਘਰ ਵਿੱਚ ਆ ਕੇ ਦਇਆ ਕਰਦਾ ਹੈ ਨਾ, ਤੇ ਮਨ ਵਿੱਚੋਂ ਨਹੀਂ ਭੁਲਾਉਂਦਾ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਜੇ ਕੋਈ ਪੁੱਛੇ ਜੀ
ਰੱਬ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਕਿਹੜਾ ਹੈ? ਕਿਹੜੀ ਜਗ੍ਹਾ ਹੈ ਜਿੱਥੇ ਰੱਬ ਯਾਦ ਆ ਜਾਵੇ? ਉਹਦਾ ਇੱਕ ਉੱਤਰ ਤਾਂ ਮਹਾਰਾਜ ਇੱਥੇ ਦੇ ਰਹੇ ਹਨ। ਗੁਰੂ ਪਾਤਸ਼ਾਹ ਸਾਜਨਾ ਕੈ ਸੰਗ, ਇਹ ਸਾਧ ਸੰਗਤ ਹੈ। ਬਸ ਸਾਧੂ ਮਹਾਂਪੁਰਖਾਂ ਦੀ ਸੰਗਤ ਹੈ, ਗੁਰਸਿੱਖਾਂ ਦੀ ਸੰਗਤ ਹੈ। ਇੱਥੇ ਆ ਕੇ ਰੱਬ ਯਾਦ ਆਉਂਦਾ ਹੈ। ਬਸ ਅਚਨ ਬਰੋ ਪੜਦੇ ਆ ਸਾਰੇ ਸੀ ਅਰਦਾਸ ਤੋਂ ਬਾਅਦ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਸੌਖੀ ਜੀ ਗੱਲ ਹੈ ਨਾ। ਉਹ ਰੱਬ ਤਾਂ ਹੀ ਯਾਦ ਆਵੇਗਾ ਜੇ ਸੰਗਤ ਕਰੋਗੇ। ਨਹੀਂ ਜੀ ਉਹ ਤਾਂ ਔਖੀ ਹੈ। ਰਜਾਈ ਜੀ ਬੈਠ ਕੇ ਸੁਣ ਲਵਾਂਗੇ ਭਾਈ, ਫਿਰ ਨਹੀਂ ਗੱਲ ਬਣਦੀ। ਧਿਆਨ ਰੱਖਣਾ, ਸੁਣ ਲੋਗੇ ਗਿਆਨ ਆ ਜਾਏਗਾ, ਪਰ ਅੰਦਰ ਚੱਲੇਗਾ ਨਹੀਂ। ਉਹ ਬਖਸ਼ਿਸ਼ ਨਹੀਂ ਹੋਣੀ। ਠੀਕ ਹੈ, ਗਲਤ ਉਹ ਵੀ ਨਹੀਂ, ਪਰ ਜਿਹੜਾ ਸਵਾਸ ਚੱਲਣਾ ਹੈ ਅੰਦਰ, ਰਸ ਆਉਣਾ ਹੈ, ਟਿਕਾ ਹੋਣਾ ਹੈ, ਬਖਸ਼ਿਸ਼ ਮਿਲਣੀ ਹੈ, ਉਹ ਤਾਂ ਇੱਥੇ ਆ ਕੇ ਮਿਲਣੀ ਹੈ। ਜੇ ਰੱਬ ਨੂੰ ਅੰਦਰ ਜਪਾਣਾ ਹੈ, ਅੰਦਰ ਵਸਾਣਾ ਹੈ, ਤਾਂ ਇੱਕ ਬਖਸ਼ਿਸ਼ ਅਰਦਾਸ ਕਰੀ, ਰੱਬ ਜੀ ਸੰਗਤ ਦਾ ਪੱਲਾ ਨਾ ਛਡਾਣਾ ਪਾਤਸ਼ਾਹ। ਬਸ ਬਹੁਤ ਵੱਡੀ ਦਾਤ ਹੈ। ਭਾਵੇਂ ਅੱਜ ਸਮਝ ਲਓ, ਭਾਵੇਂ ਸਾਨੂੰ ਕੱਲ ਸਮਝ ਆਵੇ, ਭਾਵੇਂ ਮਰਨ ਤੋਂ ਬਾਅਦ ਸਮਝ ਆ ਜੇ, ਫਿਰ ਵੀ ਸਮਝ ਆ ਜਾਏ, ਕੋਈ ਗੱਲ ਨਹੀਂ। ਫਿਰ ਦੁਬਾਰਾ ਜਨਮ ਹੋ ਜਾਏਗਾ, ਕੋਈ ਗੱਲ ਨਹੀਂ। ਉਹ ਪਾਤਸ਼ਾਹ ਕੋ ਇਹੀ ਮੰਗੀ, ਰੱਬ ਜੀ ਸੰਗਤ ਦਾ ਪੱਲਾ ਨਾ ਛੁਡਾਣਾ ਮਹਾਰਾਜ। ਸਾਧ ਜਨਾ ਕੈ ਸੰਗ ਭਵਜਲ ਤਾਰਨ, ਉਹ ਭਵਜਲ ਕੀ ਦੁਨੀਆ ਸਾਗਰ ਵਾਹਿਗੁਰੂ ਆਪੇ ਤਾਰ ਦਿੰਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਂ। ਕਿਹੜੇ ਕਿਹੜੇ ਤਰ ਗਏ? ਸਾਕਤ ਮਨਮੁਖ, ਨਿੰਦਕ ਨਿੰਦਾ ਕਰਨ ਵਾਲੇ, ਦੁਸ਼ਟ ਪਾਪੀ, ਉਹ ਸਾਰੇ ਤਰ ਗਏ। ਖਿਨ ਮਾਹੇ, ਖਿਨ ਵਿੱਚ ਹੀ ਰੱਬ ਨੇ ਤਾਰ ਦਿੱਤੇ, ਸਭ ਦਾ ਬੇੜਾ ਪਾਰ ਕਰ ਦਿੱਤਾ। ਤੀਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ। ਐ ਮੇਰੇ ਮਨਾ ਉਸ ਰੱਬ ਦੀ ਟੇਕ ਆਪਣੇ ਮਨ ਵਿੱਚ ਰੱਖੀ। ਤਿਸ ਜਿਹੜਾ ਤਾਰਦਾ ਹੈ, ਸਾਹਿਬ ਜੋ ਮਾਲਕ ਹੈ, ਤਿਸ ਸਾਹਿਬ ਕੀ ਟੇਕ ਆਸਰਾ। ਨਾਨਕ ਮਨ ਮਾਏ, ਸਾਡੇ ਮਨ ਵਿੱਚ ਗੁਰੂ ਪਾਤਸ਼ਾਹ ਫਰਮਾਨ ਕਰਦੇ। ਗੁਰੂ ਪਾਤਸ਼ਾਹ ਆਪਣੀ ਅਵਸਥਾ ਦੱਸਦੇ ਨੇ ਕਿ ਉਹਨਾਂ ਦੀ ਅਵਸਥਾ ਤੇ ਹੈ ਹੀ ਐਸੀ ਖਾਲਸਾ, ਉਹ ਤਾਂ ਪਰਮੇਸ਼ਰ ਸਰੂਪ ਹਨ, ਪਰ ਉਹ ਧੰਨ ਗੁਰੂ ਕੇ ਪਿਆਰੇ ਹਨ। ਉਹਨਾਂ ਦੀ ਅਵਸਥਾ ਵੀ ਇਹੀ ਹੈ, ਜਿਨ੍ਹਾਂ ਦੇ ਮਨ 'ਚ ਰੱਬ ਦੀ ਟੇਕ ਹੋਵੇ ਨਾ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਤੇ ਮਨ ਵਿੱਚ ਰੱਬ ਦੀ ਟੇਕ ਹੈ ਉਸ ਪਰਮਾਤਮਾ ਦੀ। ਜਿਸ ਸਿਮਰਤ ਸੁਖ ਹੋਏ ਸਗਲ ਦੁਖ ਜਾਹੇ। ਉਹ ਰੱਬ ਦੀ ਟੇਕ ਸਦਕਾ ਜਿਸ ਸਿਮਰਤ ਸੁਖ ਹੋਏ, ਜਿਸ ਵਾਹਿਗੁਰੂ ਨੂੰ ਯਾਦ ਕਰ ਕਰਕੇ ਸੁਖ ਮਿਲਦਾ ਹੈ, ਦੁੱਖ ਚਲੇ ਜਾਂਦੇ ਹਨ। ਮਨਾ ਐਸੇ ਪ੍ਰਮਾਤਮਾ ਦਾ ਪੱਲਾ ਗ੍ਰਹਿਣ ਕਰ। ਪੌੜੀ, ਇਹ ਪੌੜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਆਕੁਲ ਨਿਰੰਜਨ ਪੁਰਖ ਆਗਮ ਅਪਾਰੀਆ। ਰੱਬ ਕੈਸਾ ਹੈ ਜੀ? ਗੁਰੂ ਕੈਸਾ ਹੈ? ਪਾਤਸ਼ਾਹ ਕਹਿੰਦੇ ਸੁਣੋ, ਅਕੁਲ, ਉਹਦੀ ਕੋਈ ਕੁਲ ਨਹੀਂ ਹੈ, ਕਿਸੇ ਕੁਲ ਵਿੱਚ ਨਹੀਂ ਆਇਆ, ਉਹ ਜੰਮਿਆ ਨਹੀਂ ਹੈ। ਨਿਰੰਜਨ, ਮਾਇਆ ਦੀ ਕਾਲਕ ਤੋਂ ਰਹਿਤ ਹੈ। ਪੁਰਖ, ਸਾਰੀ ਥਾਵਾਂ ਤੇ ਵਿਆਪਕ ਹੈ। ਪੁਰਖ, ਖ ਕਹਿੰਦੇ ਆਕਾਸ਼, ਪੁਰ ਕਹਿੰਦੇ ਸ਼ਹਿਰ, ਨਗਰੀ, ਜਿੱਥੇ ਹਰ ਨਗਰੀ ਉੱਤੇ ਆਕਾਸ਼ ਖਾਲੀ ਜਗ੍ਹਾ ਹੈ ਨਾ, ਇਸੇ ਤਰ੍ਹਾਂ ਹਰ ਥਾਂ ਤੇ ਵਾਹਿਗੁਰੂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਰਬਾਰ ਦੀ ਕਿੰਨੀ ਸਪੇਸ ਹੈ। ਇੱਥੇ ਫਾਸਲਾ ਹੈ ਨਾ ਤੁਹਾਡੇ ਤੇ ਮੇਰੇ ਵਿਚਕਾਰ। ਜੇ ਫਾਸਲਾ ਹੋਵੇਗਾ ਤੇ ਫਿਰ ਤਾਂ ਖੰਡਨ ਹੋ ਜਾਏਗਾ। ਉਹ ਹਰ ਥਾਂ ਤੋਂ ਲੰਘ ਕੇ ਜਾ ਰਿਹਾ ਹੈ। ਭਾਵ ਐਸੀ ਕੋਈ ਥਾਂ ਨਹੀਂ ਜਿੱਥੇ ਖਾਲਸਾ ਜੀ ਰੱਬ ਨਾ ਹੋਵੇ। ਉਹ ਹੈ ਵਾਹਿਗੁਰੂ ਪੁਰਖ, ਜੋ ਹਰ ਥਾਂ ਤੇ ਹਰ ਹਿਰਦੇ 'ਚ ਵਿਆਪਕ ਹੈ।
ਹਿਰਦੇ ਵਿੱਚ ਵੀ ਛੱਡੋ, ਫੁੱਲਾਂ ਵਿੱਚ ਵੀ ਲੰਘ ਕੇ ਜਾ ਰਹੇ ਤੋ। ਜੇ ਸਮਝ ਲਓ ਕਿ ਤੁਹਾਡੇ ਸਾਡੇ ਵਿੱਚ ਹੈ ਤੇ ਫੁੱਲਾਂ 'ਚ ਨਹੀਂ, ਤਾਂ ਫਿਰ ਤਾਂ ਖੰਡਨ ਹੋ ਗਿਆ ਨਾ। ਇੱਕ ਰਸ ਲਗਾਤਾਰ ਵਿਆਪਕ ਹੈ ਵਾਹਿਗੁਰੂ। ਅਕੁਲ ਨਿਰੰਜਨ ਪੁਰਖ ਅਗਮ ਮਨ ਦੀ ਪਹੁੰਚ ਤੋਂ ਰਹਿਤ ਹੈ, ਅਪਾਰੀ ਹੈ ਪਾਰਾਵਾਰ ਤੋਂ ਰਹਿਤ ਹੈ। ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਵਾਹਿਗੁਰੂ ਪਹਿਲੋਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅੱਗੇ ਵੀ ਸੱਚਾ ਰਹੇਗਾ। ਉਹ ਤਨ ਕਰਕੇ ਵੀ ਸੱਚਾ ਹੈ, ਮਨ ਕਰਕੇ ਵੀ ਸੱਚਾ ਹੈ, ਤੇ ਖਾਲਸਾ ਬੁੱਧੀ ਕਰਕੇ ਵੀ ਸੱਚਾ ਹੈ। ਉਹ ਭਾਵ ਸਾਡੇ ਸਰੀਰ ਵਿੱਚ ਹੀ ਵਿਆਪਕ ਹੈ, ਉਹ ਮਨ ਵਿੱਚ ਵੀ ਉਹੀ ਹੈ, ਬੁੱਧੀ ਵਿੱਚ ਵੀ ਉਹਦਾ ਨਿਰਣਾ ਚੱਲਦਾ ਹੈ। ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਉਹ ਸੱਚੇ ਨੂੰ ਮਨਾ ਦਰਸ਼ਨ ਕਰ ਉਹਦੇ, ਦੇਖ ਉਹਨੂੰ ਅੱਖਾਂ ਰਾਹੀਂ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ। ਜਿਸ ਰੱਬ ਦੇ ਪਿਆਰੇ ਨੇ ਅੱਖਾਂ ਰਾਹੀਂ ਦਰਸ਼ਨ ਕਰ ਲਏ ਨਾ ਉਹਦੇ, ਸੱਚੋ ਸੱਚੇ ਦੇ ਦਰਸ਼ਨ ਕਰ ਲਏ, ਤੇ ਉਹ ਰੱਬ ਦਾ ਪਿਆਰਾ ਦੇਖਦਾ ਵੀ ਕੋਈ ਵਸਤੂ ਕੂੜ ਨਹੀਂ ਹੈ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਹੁਣ ਉਹ ਸ਼ਬਦ ਤੇ ਸ਼ਬਦ ਮਿਲਾ ਲੈਣਾ, ਦੋਵੇਂ ਬਰਾਬਰ ਹੋਣਗੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ ਤਨ ਕਰੇ ਹਸ਼ਾ ਤੋਏ। ਬਰਾਬਰ ਦੋਵੇਂ ਚੱਲਦੇ ਨੇ। ਤੇ ਪਾਤਸ਼ਾਹ ਕਹਿੰਦੇ ਕੂੜ ਨਾ ਜਾਪੈ ਕਿਛ, ਉਹਨਾਂ ਨੂੰ ਜਾਪਦਾ ਨਹੀਂ ਕੁਛ, ਕੂੜ ਨਹੀਂ, ਸਭ ਸੱਚ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸਭ ਸੱਚ ਹੈ। ਤੇਰੀ ਧਾਰੀ ਹੈ, ਤੇਰੀ ਧਾਰੀ ਬਣਾਈ ਹੋਈ, ਤੇਰੀ ਪੈਦਾ ਕੀਤੀ ਸ੍ਰਿਸ਼ਟੀ ਪਾਤਸ਼ਾਹ ਕੂੜ ਨਹੀਂ ਹੈ, ਕਿਉਂਕਿ ਹਰ ਇੱਕ ਹੀ ਤੁਸੀਂ ਆਪ ਹੋ। ਜੜ ਵਿੱਚ ਵੀ ਵਾਹਿਗੁਰੂ ਆਪ ਹੈ, ਚੇਤਨ ਵਿੱਚ ਵੀ ਆਪ ਹੈ। ਖਾਲਸਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਤਾਹੀ ਕੋ ਪੂਜ ਪ੍ਰਭੂ ਕਰ ਕੈ, ਜੇ ਪੂਜਤ ਹੀ ਅਗ ਔਗ ਮਿਟਾਈ। ਹਰ ਜੀਵ ਵਿੱਚ ਰੱਬ ਹੈ, ਜੜ ਵਿੱਚ ਵੀ ਹੈ, ਚੇਤਨ ਵਿੱਚ ਵੀ ਹੈ। ਮਨਾ ਉਹਨੂੰ ਜਪਤਾ ਸਹੀ, ਉਹ ਵਾਹਿਗੁਰੂ ਹਰ ਪਾਸੇ ਹੈ, ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਹੈ। ਸਭ ਸੈ ਦੇ ਦਾਤਾਰ ਜੇਤ ਉਪਾਰੀਐ। ਜਿਤਨੀ ਸ੍ਰਿਸ਼ਟੀ ਉਹਨੇ ਉਪਾਰੀ ਹੈ, ਪੈਦਾ ਕੀਤੀ ਹੈ, ਉਹ ਸਭ ਨੂੰ ਦੇਣ ਵਾਲਾ ਹੈ। ਦਾਤਾਰ ਉਹ ਵਾਹਿਗੁਰੂ ਇੱਕ ਹੈ, ਸਭ ਨੂੰ ਦੇਈ ਜਾ ਰਿਹਾ ਹੈ। ਇਕਤ ਸੂਤ ਪਰੋਏ ਜੋਤ ਸਿੰਜਾਰੀਐ। ਆਪੇ ਉੱਤਰ ਆ ਗਿਆ। ਦੇਖੋ ਸੂਤ ਇੱਕੋ ਹੀ ਹੈ, ਧਾਗਾ ਇੱਕੋ ਹੀ ਹੈ, ਮਣਕੇ ਵੱਖਰੇ ਵੱਖਰੇ। ਸਾਰੇ ਅਸੀਂ ਮਣਕੇ ਬੈਠੇ ਆ, ਧਾਗਾ ਇੱਕੋ ਲੰਘ ਕੇ ਜਾ ਰਿਹਾ ਸਾਰੇ ਵਿੱਚੋਂ। ਇੱਕ ਸੂਤ ਪਰੋਏ ਜੋਤ ਸੰਚਾਰੀ। ਸੰਚਾਰੀ ਕਹਿੰਦੇ ਸੰਚਾਰ ਹੋ ਰਹੀ ਹੈ, ਕਮਿਊਨੀਕੇਸ਼ਨ ਦਾ ਸਿਸਟਮ ਐਸਾ ਬਣਾਇਆ ਰੱਬ ਨੇ। ਦੇਖੋ ਇੱਕੋ ਜੋਤ ਸਾਰੇ ਵਿੱਚ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਬਸ ਮਨਾ ਗੁਰੂ ਦੀ ਸਿੱਖਿਆ ਨਾਲ, ਉਪਦੇਸ਼ ਨਾਲ ਜੋਤ ਅੰਦਰੋਂ ਪ੍ਰਗਟ ਹੋਵੇਗੀ। ਇੱਕ ਜੋਤ ਸਾਰਿਆਂ ਵਿੱਚ ਹੈ। ਹੁਕਮੈ ਭਵ ਜਲ ਮਾਂਜ ਹੁਕਮੈ ਤਾਰੀਐ। ਜਦੋਂ ਜੋਤ ਦੀ ਸਮਝ ਆ ਗਈ ਨਾ, ਫਿਰ ਸਮਝ ਹੁਕਮ ਦੀ ਵੀ ਆ ਜਾਣੀ ਹੈ। ਉਹ ਰੱਬ ਦੇ ਪਿਆਰੇ ਕਹਿਣਗੇ, ਰੱਬ ਜੀ ਹੁਕਮੇ ਭਵਜਲ ਮੰਜ, ਸਾਨੂੰ ਡਬੋ ਦੋ ਪਾਤਸ਼ਾਹ, ਡੁੱਬੋਗੇ ਵੀ ਤੁਹਾਡਾ ਹੁਕਮ ਹੈ। ਹੁਕਮੇ ਤਾਰੀਏ, ਜੇ ਤਾਰ ਦੋਗੇ ਪਾਤਸ਼ਾਹ ਸੰਸਾਰ ਸਾਗਰ ਤੋਂ, ਉਹ ਵੀ ਤੁਹਾਡਾ ਹੁਕਮ ਹੈ। ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਰੱਬ ਜੀ ਤੁਹਾਨੂੰ ਉਹੀ ਧਿਆਵੇਗਾ ਜਿਹਦੇ ਮੱਥੇ ਦੇ ਭਾਗ ਪਾਤਸ਼ਾਹ ਬੜੇ ਵੱਡੇ ਹਨ।
ਜਿਹੜਾ ਵਡਭਾਗੀ ਹੈ ਉਹੀ ਤੁਹਾਡਾ ਸਿਮਰਨ ਕਰੇਗਾ। ਤੇਰੀ ਗਤ ਮਿਤ ਲਖੀ ਨਾ ਜਾਏ, ਹਾਂ ਤੁਧ ਬਲਹਾਰੀਐ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਰੱਬ ਜੀ ਤੇਰੀ ਗਤ ਮਿਤ, ਤੇਰੀ ਗਤ, ਤੇਰੀ ਮਰਿਆਦਾ ਅਸੀਂ ਨਹੀਂ ਜਾਣ ਸਕਦੇ। ਤੁਸੀਂ ਕਿਤਨੇ ਵੱਡੇ ਹੋ ਅਸੀਂ ਨਹੀਂ ਜਾਣ ਸਕਦੇ। ਲਖੀ ਨਾ ਜਾਏ, ਜਾਣੀ ਨਹੀਂ ਜਾਂਦੀ। ਹਾਂ ਤੁਧ ਬਲਿਹਾਰੀ, ਅਸੀਂ ਆਪ ਜੀ ਤੋਂ ਬਲਿਹਾਰ ਜਾਈਏ। ਤੁਸੀਂ ਬਹੁਤ ਵੱਡੇ ਹੋ, ਬੇਅੰਤ ਹੋ ਪਾਤਸ਼ਾਹ, ਸਾਡੀ ਪਹੁੰਚ ਤੋਂ ਬਹੁਤ ਦੂਰ ਹੋ ਪਾਤਸ਼ਾਹ, ਅਸੀਂ ਤਾਂ ਕੀੜੇ ਵੀ ਨਹੀਂ ਮਹਾਰਾਜ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਆਪ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਪਾਤਸ਼ਾਹ ਇੱਕ ਜੋਤ ਦੇ ਦਰਸ਼ਨ ਕਰਾ ਦੇਣ, ਫਿਰ ਸਾਰੇ ਝਗੜੇ ਮੁੱਕ ਜਾਣਗੇ ਖਾਲਸਾ ਜੀ। ਬਸ ਜਿੱਥੇ ਦਰਸ਼ਨ ਹੋ ਗਏ ਜੋਤ ਦੇ, ਉੱਥੇ ਹਰ ਇੱਕ ਵਿੱਚ ਵਾਹਿਗੁਰੂ ਨਜ਼ਰ ਆਵੇਗਾ, ਫਿਰ ਕੂੜ ਨਹੀਂ ਸੱਚ ਹੀ ਨਜ਼ਰ ਆਵੇਗਾ। ਇਹ ਪਾਤਸ਼ਾਹ ਕਿਰਪਾ ਕਰਨ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਫਿਰ ਅੱਜ ਲਗਭਗ 30-35 ਹਜ਼ਾਰ ਗੁਰੂ ਕੇ ਪਿਆਰੇ ਸ਼ਹੀਦ ਹੋਏ। ਇਹਨਾਂ ਸ਼ਹੀਦ ਸਿੰਘਾਂ ਨੂੰ, ਯੋਧਿਆਂ ਨੂੰ ਕੋਟ ਕੋਟ ਪ੍ਰਣਾਮ। ਪਾਤਸ਼ਾਹ ਸਾਨੂੰ ਵੀ ਇਹਨਾਂ ਦੇ ਪਾਏ ਹੋਏ ਪੂਰਨਿਆਂ ਅਨੁਸਾਰ ਚੱਲਣ ਦੀ ਮਹਾਰਾਜ ਮਤ ਬੁੱਧੀ ਪ੍ਰਦਾਨ ਕਰਨ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ